ਜਪਜੀ ਸਾਹਿਬ ਦੀ ਚੱਲ ਰਹੀ ਹੈ ਵਿਚਾਰ 26ਵੀਂ ਪੌੜੀ ਦੀ। ਅੱਜ ਆਪਾਂ ਵਿਚਾਰ ਕਰਨ ਦਾ ਯਤਨ ਕਰੀਏ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਸਿੱਧਾਂ ਨੇ ਫਿਰ 5 ਪ੍ਰਸ਼ਨ ਕੀਤੇ। ਕਿਹੜੇ? ਕਹਿੰਦੇ ਜੀ ਪਰਮਾਤਮਾ ਕਿਹੋ ਜਿਹਾ ਹੈ। ਉਹਨੂੰ ਮੰਨਣ ਵਾਲੇ ਜਿਹੜੇ ਲੋਕ ਨੇ, ਸੰਤ ਪੁਰਸ਼ ਨੇ, ਜਗਿਆਸੂ ਨੇ, ਉਹ ਕਿਹੋ ਜਿਹੇ ਨੇ? ਉਹਨਾਂ ਵਿੱਚ ਕਿਹੜੇ ਗੁਣ ਪੈਦਾ ਹੋ ਜਾਂਦੇ ਆ? ਉਹਨਾਂ ਦਾ ਵਪਾਰ ਕਿਹੋ ਜਿਹਾ ਹੈ? ਇਹ ਪਾਤਸ਼ਾਹ ਦੇ ਅੱਗੇ ਸਿੱਧਾ ਨੇ ਫਿਰ 5 ਪ੍ਰਸ਼ਨ ਕੀਤੇ। ਹੁਣ ਸਤਿਗੁਰੂ ਪਾਤਸ਼ਾਹ ਇਹਨਾਂ ਦਾ ਜਵਾਬ ਦੇ ਰਹੇ ਆ। ਮਹਾਰਾਜ ਸਮਝਾ ਰਹੇ ਹਨ ਕਿ ਅਮੁੱਲ ਗੁਣ, ਅਮੁੱਲ ਵਪਾਰ। ਉਹ ਜਿਹੜਾ ਮਾਲਕ ਹੈ ਅਕਾਲ ਪੁਰਖ ਪਰਮਾਤਮਾ, ਉਹਦੇ ਗੁਣਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਅਮੁੱਲ, ਅਮੁੱਲ ਉਸ ਚੀਜ਼ ਨੂੰ ਕਹਿੰਦੇ ਆ ਜਿਹਦਾ ਕੋਈ ਕੀਮਤ ਨਹੀਂ। ਪਰਮਾਤਮਾ ਦੇ ਜਿਹੜੇ ਗੁਣ ਨੇ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਹਨ। ਕਹਿੰਦੇ ਉਹਦਾ ਕੋਈ ਕੀਮਤ ਨਹੀਂ ਹੈ, ਕੋਈ ਗਿਣਤੀ ਨਹੀਂ ਹੈ ਤੇ ਕੋਈ ਅੰਤ ਨਹੀਂ ਹੈ। ਅਮੁੱਲ ਵਪਾਰ। ਜਿਹੜੇ ਲੋਕ ਫਿਰ ਗੁਰੂ ਦੀ ਮੱਤ ਲੈ ਕੇ ਉਸ ਮਾਲਕ ਦੇ ਨਾਲ ਅਭੇਦ ਹੁੰਦੇ ਨੇ, ਉਹਦੀ ਸੇਵਾ ਸਿਮਰਨ ਕਰਦੇ ਨੇ, ਉਹਨਾਂ 'ਚ ਵੀ ਹੌਲੀ ਹੌਲੀ ਜਿਹੜੇ ਪਰਮਾਤਮਾ ਵਾਲੇ ਗੁਣ ਨੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਜਿਸ ਤਰ੍ਹਾਂ ਬਾਹਰੀ ਇੱਕ ਉਦਾਹਰਨ ਆਪਾਂ ਲਈਏ, ਜਿਹੜਾ ਸੂਰਜ ਹੈ ਉਹ ਧਰਤੀ ਤੋਂ ਬਹੁਤ ਕਰੋੜਾਂ ਮੀਲ ਦੂਰ ਹੈ, ਪਰ ਸੂਰਜ ਦੇ ਜਿਹੜੇ ਸਾਰੇ ਗੁਣ ਨੇ ਉਹ ਸੂਰਜ ਦੀ ਕਿਰਨ ਰਾਹੀਂ ਸਾਡੇ ਤੱਕ ਪਹੁੰਚ ਰਹੇ ਆ। ਉਹ ਸਾਨੂੰ ਚਾਨਣ ਦਿੰਦਾ, ਰੋਸ਼ਨੀ ਦਿੰਦਾ, ਉਹ ਸੰਸਾਰ ਦੀ ਸਫਾਈ ਕਰਦਾ, ਉਹ ਸਾਨੂੰ ਸ਼ਕਤੀ ਦਿੰਦਾ, ਜੀਵਨ ਦੀ ਰੌਂ ਦਿੰਦਾ। ਕਹਿਣ ਤੋਂ ਭਾਵ ਜਿੰਨੇ ਸੂਰਜ ਦੇ ਗੁਣ ਨੇ ਉਹ ਸੂਰਜ ਦੀ ਇੱਕ ਕਿਰਨ ਰਾਹੀਂ ਸਾਡੇ ਤੱਕ ਪਹੁੰਚ ਰਹੇ ਆ। ਇਸੇ ਤਰ੍ਹਾਂ ਜਿਹੜਾ ਮਾਲਕ ਹੈ ਅਕਾਲ ਪੁਰਖ ਪਰਮਾਤਮਾ, ਜਦੋਂ ਅਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦੇ ਕਰਦੇ ਸਹਿਜ ਅਵਸਥਾ 'ਚ ਪਹੁੰਚਣਾ ਸ਼ੁਰੂ ਕਰ ਦਿੰਦੇ ਆ, ਸਾਡੇ ਅੰਦਰ ਮਾਲਕ ਦਾ ਜਿਹੜਾ ਨਾਮ ਹੈ, ਜਿਹਨੂੰ ਅਨਹਦ ਨਾਦ ਕਹਿੰਦੇ ਨੇ, ਅਨਹਦ ਬਾਣੀ ਕਹਿੰਦੇ ਨੇ, ਸੱਚਾ ਸ਼ਬਦ ਕਹਿੰਦੇ ਨੇ, ਤੇ ਉਹ ਸਾਡੇ ਅੰਦਰ ਪ੍ਰਗਟ ਹੁੰਦਾ। ਜਦੋਂ ਫਿਰ ਸਾਡਾ ਮਨ ਉਸ ਨਾਮ ਨੂੰ ਸੁਣਨਾ ਸ਼ੁਰੂ ਕਰਦਾ, ਹੌਲੀ ਹੌਲੀ ਉਹਦੇ ਵਾਲੇ ਗੁਣ ਪਰਮਾਤਮਾ ਵਾਲੇ ਉਹ ਨਾਮ ਦੇ ਨਾਲ ਇਨਸਾਨ ਦੇ ਅੰਦਰ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਦਇਆ, ਧਰਮ, ਸਹਿਣਸ਼ੀਲਤਾ, ਖੇੜਾ, ਖੁਮਾਰੀ ਤੇ ਨਿਰਭਉ, ਨਿਰਵੈਰ, ਇਹ ਸਾਰੇ ਗੁਣ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਜਿੰਨੇ ਅਕਾਲ ਪੁਰਖ ਦੇ ਗੁਣ ਨੇ ਉਹ ਅਮੋਲਕ ਨੇ, ਗਿਣਿਆ ਨਹੀਂ ਜਾਂਦਾ ਉਹਨਾਂ ਨੂੰ। ਇਸੇ ਤਰ੍ਹਾਂ ਜਿਹੜੇ ਉਹਦੇ ਭਗਤ ਨੇ, ਜਗਿਆਸੂ ਨੇ, ਗੁਰਮੁਖ ਨੇ, ਉਹਨਾਂ ਨੇ ਵੀ ਫਿਰ ਉਸ ਮਾਲਕ ਦੇ ਨਾਮ ਦਾ ਵਣਜ ਵਪਾਰ ਕੀਤਾ। ਇੱਕ ਪਾਸੇ ਸੰਸਾਰ ਦੇ ਜੀਵ ਨੇ ਜਿਹਦੇ ਬਾਰੇ ਮਹਾਰਾਜ ਨੇ ਉਦਾਹਰਨ ਆਪਾਂ ਨੂੰ ਦਿੱਤੀ ਆ। ਕਹਿੰਦੇ ਕਿਨਹੀ ਬਣਜਿਆ ਕੰਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਪਾਰੀ। ਇੱਕ ਸੰਸਾਰ ਦੇ ਪਦਾਰਥਾਂ ਦੇ ਵਪਾਰੀ ਨੇ, ਇੱਕ ਹਰੀ ਦੇ ਨਾਮ ਦੇ ਵਪਾਰੀ ਨੇ। ਸੰਸਾਰ ਦਾ ਵਪਾਰ ਦੁਨੀਆ ਦੇ ਪੈਸੇ ਨਾਲ ਹੁੰਦਾ, ਲੈਣ ਦੇਣ ਕੀਤਾ ਜਾਂਦਾ। ਹੁਣ ਮਾਲਕ ਦੇ ਨਾਮ ਦਾ ਵਪਾਰ ਸਾਡੇ ਕੋਲ ਆ ਜਿਹੜੀ ਸਵਾਸਾਂ ਦੀ ਪੂੰਜੀ ਹੈ ਇਹਦੇ ਨਾਲ ਹੁੰਦਾ, ਕਿਉਂਕਿ ਉਹ ਮਾਲਕ ਦੇ ਨਾਮ ਦੀ ਕੋਈ ਕੀਮਤ ਨਹੀਂ ਹੈ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸਾਡੇ ਕੋਲ ਇੱਕ ਕੀਮਤੀ ਵਸਤੂ ਹੈ, ਉਹ ਨੇ ਸਾਡੇ ਸਵਾਸ। ਪਰ ਇਹਨਾਂ ਦੀ ਕੀਮਤ ਦਾ ਉਦੋਂ ਪਤਾ ਲੱਗਦਾ ਜਦੋਂ ਇਹ ਖਤਮ ਹੋ ਜਾਂਦੇ ਆ। ਭਾਵੇਂ ਫਿਰ ਸਾਰੀ ਦੁਨੀਆ ਦੀ ਮਾਇਆ ਪਦਾਰਥ ਇੱਕ ਪਾਸੇ ਰੱਖ ਦਿਓ,
ਇੱਕ ਸਵਾਸ ਵੀ ਸਾਨੂੰ ਕੋਈ ਦੇ ਨਹੀਂ ਸਕਦਾ। ਤਾਂ ਫਿਰ ਜਿਹੜੇ ਮਹਾਤਮਾ ਲੋਕ ਨੇ, ਗੁਰਮੁਖ ਲੋਕ ਨੇ, ਜਗਿਆਸੂ ਲੋਕ ਨੇ, ਸਿੱਖਿਆ ਲੈ ਕੇ ਸਿੱਖ ਬਣੇ ਹੋਏ ਲੋਕ ਨੇ, ਉਹ ਫਿਰ ਪਰਮਾਤਮਾ ਦੇ ਨਾਮ ਦਾ ਵਣਜ ਕਰਦੇ ਆ। ਉਹ ਆਪਣੇ ਸਵਾਸਾਂ ਦੀ ਪੂੰਜੀ ਨੂੰ ਪਰਮਾਤਮਾ ਦੇ ਨਿਰਗੁਣ ਦੇ ਖਜ਼ਾਨੇ 'ਚ ਜਮ੍ਹਾਂ ਕਰਾਉਂਦੇ ਆ, ਜਿਹਦੀ ਬਦੌਲਤ ਫਿਰ ਇਹ ਵਸਤੂ ਮਿਲਦੀ ਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਹਰ ਕੇ ਨਾਮ ਕੇ ਵਾਪਾਰੀ, ਕਿਨਹੀ ਬਣਜਿਆ ਕੰਸੀ ਤਾਂਬਾ, ਕਿਨਹੀ ਲੌਂਗ ਸਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਹਰ ਕੇ ਨਾਮ ਕੇ ਵਾਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਅਮੁੱਲ ਵਪਾਰੀਏ ਅਮੁੱਲ ਭੰਡਾਰ। ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸਮਝਾ ਰਹੇ ਆ, ਇਹ ਵਪਾਰ ਕਰਨ ਵਾਲੇ, ਇਹ ਦੂਸਰਿਆਂ ਨੂੰ ਕਰਾਉਣ ਵਾਲੇ, ਕਿਉਂਕਿ ਜਿਨ੍ਹਾਂ ਨੂੰ ਮਾਲਕ ਨੇ ਖਜ਼ਾਨਾ ਬਖਸ਼ਿਆ ਹੁੰਦਾ, ਉਹ ਫਿਰ ਆਪ ਵੀ ਪ੍ਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦੇ ਤੇ ਦੂਸਰਿਆਂ ਤੋਂ ਵੀ ਕਰਾਉਂਦੇ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਕਹਿੰਦੇ ਫਿਰ ਉਹਨਾਂ ਦੇ ਅੰਦਰ ਪਰਮਾਤਮਾ ਦੇ ਗਿਆਨ ਦਾ ਜਿਹੜਾ ਖਜ਼ਾਨਾ ਹੈ ਉਹ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ। ਇੱਕ ਗਿਆਨ ਹੈ ਦੁਨੀਆ ਦੇ ਗ੍ਰੰਥ ਪੜ੍ਹ ਕੇ ਲਿਆ ਜਾਂਦਾ, ਇੱਕ ਗਿਆਨ ਹੈ ਅਨੁਭਵ ਦਾ ਗਿਆਨ, ਜਿਹੜਾ ਸਾਨੂੰ ਪਰਮਾਤਮਾ ਦੀ ਸਿਮਰਨ ਬੰਦਗੀ ਕਰਕੇ ਪ੍ਰਾਪਤ ਹੁੰਦਾ। ਬ੍ਰਹਮ ਦਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ, ਇੱਕ ਦੁਨੀਆ ਦਾ ਗਿਆਨ, ਇੱਕ ਬ੍ਰਹਮ ਦਾ ਗਿਆਨ। ਜਿਹੜਾ ਇਨਸਾਨ ਫਿਰ ਪਰਮਾਤਮਾ ਦੀ ਬੰਦਗੀ ਕਰਦਾ, ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ, ਆਪਣੇ ਆਪ ਅੰਦਰੋਂ ਅਨੁਭਵ ਖੁੱਲਣਾ ਸ਼ੁਰੂ ਹੋ ਜਾਂਦਾ। ਉਹਨਾਂ ਦੇ ਹਿਰਦੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਐਸਾ ਗਿਆਨ ਬਖਸ਼ਿਸ਼ ਕਰ ਦਿੰਦੇ ਨੇ ਤੇ ਭੰਡਾਰ ਭਰਦੇ ਨੇ। ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵਹਿ ਮੁੱਲ ਲੈ ਜਾਹੇ। ਕਹਿੰਦੇ ਐਸੇ ਜਗਿਆਸੂ ਜਿਹੜੇ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣ ਜਾਂਦੇ ਨੇ, ਉਹਨਾਂ ਕੋਲੇ ਕਿੰਨੇ ਕੁ ਜੀਵ ਆ ਕੇ ਇਹ ਜਿਹੜਾ ਅਮੋਲਕ ਪ੍ਰਭੂ ਦੀ ਦਾਤ ਦਾ ਖਜ਼ਾਨਾ ਹੈ, ਉਹਦੇ ਗਿਆਨ ਦਾ ਖਜ਼ਾਨਾ ਹੈ, ਬਾਲਕ ਦੇ ਗਿਆਨ ਦਾ, ਬ੍ਰਹਮ ਦੇ ਗਿਆਨ ਦਾ ਖਜ਼ਾਨਾ ਹੈ, ਪਿਤਾ ਨਹੀਂ। ਕਿਉਂਕਿ ਮਾਲਕ ਨੇ ਉਹਨਾਂ ਦੇ ਅੰਦਰ ਗੁਣਾਂ ਦਾ, ਬ੍ਰਹਮ ਦੇ ਗਿਆਨ ਦਾ ਭੰਡਾਰਾ ਭਰਤਾ। ਇਹ ਮੁੱਕਣ ਵਾਲਾ ਨਹੀਂ। ਸਤਿਗੁਰੂ ਪਾਤਸ਼ਾਹ ਦਾ ਜਿੰਨਾ ਵੀ ਗਿਆਨ ਕੋਈ ਵੰਡਦਾ, ਉਹਨਾਂ ਉਹਦੇ ਕੋਲੇ ਹੋਰ ਵਾਧਾ ਹੋਈ ਜਾਂਦਾ। ਤਾਂ ਮਹਾਰਾਜ ਸਮਝਾ ਰਹੇ ਆ, ਅਮੁੱਲ ਆਵੈ ਮੁੱਲ ਲੈ ਜਾਹੇ। ਪਤਾ ਨਹੀਂ ਕਿੰਨੇ ਕੁ ਲੋਕ ਇਸ ਗਿਆਨ ਲੈ ਲੈ ਕੇ ਅਮੋਲਕ ਪਰਮਾਤਮਾ ਦਾ ਜੋ ਗਿਆਨ ਹੈ, ਉਹ ਜਗਿਆਸੂਆਂ ਕੋਲੋਂ, ਮਹਾਤਮਾ ਲੋਕਾਂ ਕੋਲੋਂ, ਸੰਤਾਂ ਕੋਲੋਂ, ਭਗਤਾਂ ਕੋਲੋਂ ਲੈ ਲੈ ਕੇ ਆਪਣੇ ਜੀਵਨ ਨੂੰ ਸੰਵਾਰ ਲੈਂਦੇ ਆ। ਅਮੁੱਲ ਭਾਏ ਅਮੁੱਲਾ ਸਮਾਹੇ। ਇਹ ਫਿਰ ਗਿਆਨ ਪ੍ਰਾਪਤ ਕਰਕੇ, ਕਿਉਂਕਿ ਗਿਆਨ ਉਹ ਚੰਗਾ ਹੈ ਜਿਹੜਾ ਸਾਡੇ ਮਨ 'ਚ ਪਰਮਾਤਮਾ ਦਾ ਪਿਆਰ ਪੈਦਾ ਕਰੇ। ਕਿਉਂਕਿ ਇਸੇ ਚੀਜ਼ ਦੀ ਤਾਂ ਕਮੀ ਆ। ਸੰਸਾਰ ਦਾ ਜਿਹੜਾ ਗਿਆਨ ਹੈ ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਹੀ ਆ। ਹਰੇਕ ਨੂੰ ਆਪਦੇ ਸਰੀਰ ਦਾ, ਸੇਵਾ ਸੰਭਾਲ ਦਾ ਗਿਆਨ, ਆਪਣੇ ਪਰਿਵਾਰਾਂ ਦਾ ਗਿਆਨ, ਆਪਣੇ ਧੀਆਂ ਪੁੱਤਰਾਂ ਨਾਲ ਪਿਆਰ, ਆਪਣੀਆਂ ਜਾਇਦਾਦਾਂ ਨਾਲ ਪਿਆਰ, ਇਹ ਤਾਂ ਸਿਖਾਉਣ ਦੀ ਬਹੁਤੀ ਲੋੜ ਨਹੀਂ ਪੈਂਦੀ, ਕਿਉਂਕਿ ਸੁਭਾਵਿਕ ਹੀ ਸਾਡਾ ਪਿਆਰ ਹੈ। ਬਸ ਇੱਕੋ ਪਿਆਰ ਪਾਉਣਾ ਔਖਾ, ਜਿਹੜਾ ਉਸ ਪਰਮਾਤਮਾ ਨਾਲ ਪਿਆਰ ਹੈ। ਇਹੀ ਕਾਰਨ ਹੈ ਅੱਜ ਅਸੀਂ ਪਰਮਾਤਮਾ ਦੇ ਪਿਆਰ ਤੋਂ ਟੁੱਟ ਜਾਂਦੇ ਹਾਂ। ਪੰਥਾ ਪ੍ਰੇਮ ਨਾ ਜਾਣੀ, ਭੁੱਲੀ ਫਿਰੈ ਗੁਆਰ। ਤੇ ਵਾਰ-ਵਾਰ ਸੰਸਾਰ ਨਾਲ ਮੋਹ ਹੋਣ ਕਰਕੇ ਸੰਸਾਰ ਦੇ ਅੰਦਰ ਹੀ ਜੰਮਣ ਮਰਨ ਦੇ ਚੱਕਰ 'ਚ ਗੇੜੇ ਖਾਈ ਜਾਂਦੇ ਆ। ਜੇ ਸਾਡਾ ਮਾਲਕ ਪ੍ਰਭੂ ਅਕਾਲ ਪੁਰਖ ਨਾਲ ਪਿਆਰ ਪੈ ਜੇ ਤਾਂ ਆ ਪੰਜ ਭੂਤਕ ਸਰੀਰ ਛੱਡਣ ਤੋਂ ਬਾਅਦ ਅਸੀਂ ਜੰਮਣ ਮਰਨ ਦੇ ਚੱਕਰ ਤੋਂ ਬਾਹਰ ਹੋ ਕੇ ਆਪਣੇ ਮੂਲ ਸੱਚ ਪਰਮਾਤਮਾ ਦੇ ਅੰਦਰ ਅਭੇਦ ਹੋਣਾ ਹੁੰਦਾ। ਕਿਉਂਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਉਹ ਪ੍ਰਾਪਤੀ ਸਾਨੂੰ ਤਾਂ ਹੋਵੇ
ਜਿਸ ਤਰ੍ਹਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੋਜ਼ ਆਪਾਂ ਬਚਨ ਪੜ੍ਹਦੇ ਸੁਣਦੇ ਹਾਂ, ਸਾਚ ਕਹੂੰ ਸੁਣ ਲਿਹੋ ਸਭੈ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਮਾਲਕ ਵਾਹਿਗੁਰੂ ਨਾਲ ਸਾਡਾ ਪਿਆਰ ਨਹੀਂ, ਸੰਸਾਰ ਨਾਲ ਹੀ ਪਿਆਰ ਹੈ, ਤਾਂ ਅਸੀਂ ਵਾਰ-ਵਾਰ ਇਹ ਸੰਸਾਰ ਦੇ ਅੰਦਰ ਹੀ ਫਿਰ ਜੰਮਣ ਮਰਨ ਦੇ ਚੱਕਰ 'ਚ ਆਉਂਦੇ ਆ, ਦੁੱਖ ਪਾਉਂਦੇ ਆ। ਤਾਂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਮਝਾ ਰਹੇ ਆ, ਅਮੁੱਲ ਭਾਏ ਅਮੁੱਲਾ ਸਮਾਹੇ। ਫਿਰ ਜਿਹੜੇ ਲੋਕ ਸਿੱਖਿਆ ਲੈ ਕੇ ਸੰਗਤ ਦੇ ਵਿੱਚੋਂ ਉਸ ਪਰਮਾਤਮਾ ਨਾਲ ਪਿਆਰ ਪਾਉਂਦੇ ਨੇ ਤੇ ਉਹਦੇ ਅੰਦਰ ਹੀ ਸਮਾ ਜਾਂਦੇ ਨੇ। ਅਮੁੱਲ ਧਰਮ ਮੁੱਲ ਦੀਵਾਨ, ਉਹਨਾਂ ਮਹਾਤਮਾ ਲੋਕਾਂ ਦਾ ਜਿਹੜਾ ਧਰਮ ਹੈ ਉਹ ਵੀ ਅਮੋਲਕ ਆ, ਉਹਦੀ ਕੋਈ ਕੀਮਤ ਨਹੀਂ। ਕਿਉਂਕਿ ਧਰਮਾਂ ਦੇ ਨਾਂ ਤੇ ਸੰਸਾਰ ਦੇ ਅੰਦਰ ਅੱਜ ਆਪਾਂ ਵੇਖ ਰਹੇ ਹਾਂ ਬੜੇ ਝਗੜੇ ਆ। ਉਹ ਕਹਿੰਦੇ ਜੀ ਸਾਡਾ ਧਰਮ ਚੰਗਾ, ਉਹ ਕਹਿੰਦੇ ਸਾਡਾ ਚੰਗਾ। ਧਰਮ ਦੇ ਨਾਂ ਤੇ ਜਦੋਂ ਵੀ ਸੰਸਾਰ ਦੇ ਅੰਦਰ ਝਗੜਾ ਹੁੰਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸ੍ਰਿਸ਼ਟੀ ਦਾ। ਜੀਵਾਂ ਦਾ ਵਿਚਾਰੇ ਅਣਭੋਲ ਬੇਕਸੂਰ ਲੋਕ ਮਾਰੇ ਜਾਂਦੇ ਆ, ਦੁੱਖ ਪਾਉਂਦੇ ਨੇ। ਤੇ ਧਰਮ ਦੇ ਬਾਰੇ ਸਾਨੂੰ ਫਿਰ ਗਿਆਨ ਦਿੱਤਾ ਗਿਆ ਗੁਰਬਾਣੀ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਉਹ ਜਿਹੜੇ ਮਹਾਤਮਾ ਗੁਰਮੁਖ ਜਨ ਲੋਕ ਨੇ, ਸਾਧੂ ਸੰਤ ਭਗਤ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਿਹੜਾ ਧਰਮ ਹੈ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਉਹ ਫਿਰ ਉਹਨਾਂ ਦਾ ਧਰਮ ਵੀ ਅਮੋਲਕ ਬਣ ਜਾਂਦਾ। ਅਮੁੱਲ ਧਰਮ ਮੁੱਲ ਦੀਵਾਨ। ਤੇ ਉਹਨਾਂ ਦਾ ਫਿਰ ਜਿਹੜਾ ਦੀਵਾਨ ਹੈ, ਜਿੱਥੇ ਬੈਠ ਕੇ ਉਹ ਬਾਣੀ ਬੋਲਦੇ ਨੇ, ਤੇ ਉਹ ਵੀ ਅਮੋਲਕ ਬਣ ਜਾਂਦਾ। ਸਤ ਸੰਗਤ ਰੂਪੀ ਜਿਹੜਾ ਦੀਵਾਨ ਹੈ ਉਹ ਵੀ ਅਮੋਲਕ ਬਣ ਜਾਂਦਾ। ਤੇ ਸਤ ਸੰਗ ਫਿਰ ਉਹ ਪ੍ਰਵਾਨ ਜੋ ਪਾਤਸ਼ਾਹ ਆਪਾਂ ਨੂੰ ਗੁਰਬਾਣੀ 'ਚ ਸਮਝਾਉਂਦੇ ਨੇ, ਸਤ ਸੰਗਤ ਕੈਸੀ ਜਾਣੀਐ, ਜਿੱਥੇ ਏਕੋ ਨਾਮ ਬਖਾਣੀਐ। ਜਿੱਥੇ ਕੇਵਲ ਪਰਮਾਤਮਾ ਦਾ ਨਾਮ ਤੇ ਉਹਦੀ ਵਡਿਆਈ ਹੁੰਦੀ ਆ, ਉਹਨੂੰ ਸਤ ਸੰਗਤ ਕਹਿੰਦੇ ਨੇ। ਜਾਂ ਫਿਰ ਤਤ ਜਾਏ ਬਹੁ ਸਤ ਸੰਗਤੀ, ਜਿੱਥੇ ਹਰ ਕਾ ਹਰ ਨਾਮ ਬਲੋਈਐ। ਅਮੁੱਲ ਤੁਲ ਅਮੁੱਲ ਪ੍ਰਵਾਨ। ਪਾਤਸ਼ਾਹ ਹੁਣ ਸਮਝਾ ਰਹੇ ਆ, ਗੁਰੂ ਨਾਨਕ ਸਾਹਿਬ ਕਹਿੰਦੇ ਉਹਨਾਂ ਦਾ ਜਿਹੜਾ ਵਿਚਾਰ ਤੁਲ, ਜੇ ਉਹ ਮਹਾਤਮਾ ਲੋਕ, ਸਾਧੂ ਜਨ, ਗੁਰਮੁਖ ਜਨ, ਸੰਤ ਭਗਤ, ਉਹਨਾਂ ਦੇ ਜਿਹੜੇ ਵਿਚਾਰ ਨੇ ਸਤ ਸੰਗਤ 'ਚ, ਉਹਨਾਂ ਦੀ ਵੀ ਕੋਈ ਕੀਮਤ ਨਹੀਂ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦੀ ਜਿਹੜਾ ਗਿਆਨ ਆ, ਇਹਦੀ ਕੌਣ ਕੀਮਤ ਪਾ ਸਕਦਾ। ਇਹ ਤਾਂ ਆਪਾਂ ਵੱਡਭਾਗੀ ਆਪਣੇ ਆਪਾਂ ਨੂੰ ਸਮਝੀਏ ਕਿ ਸਾਨੂੰ ਮਾਨਸ ਦਾ ਜਨਮ ਉਦੋਂ ਵਾਹਿਗੁਰੂ ਨੇ ਦਿੱਤਾ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਡਾ ਮਾਰਗ ਦਰਸ਼ਨ ਕਰ ਰਹੀ ਹੈ। ਜੀ ਤੋਂ ਸਿੱਖਿਆ ਲੈ ਕੇ ਅਸੀਂ ਬੜੇ ਸੌਖੇ ਤਰੀਕੇ ਦੇ ਨਾਲ ਆਪਣੇ ਪਰਿਵਾਰਾਂ 'ਚ ਰਹਿੰਦੇ ਹੋਏ, ਆਪਣੀ ਦੁਨੀਆ ਦੀ ਕਿਰਤ ਕਰਦੇ ਹੋਏ, ਉਹ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਆ, ਜਿਹਦੇ ਵਾਸਤੇ ਆਪਾਂ ਨੂੰ ਵਾਰੀ ਮਿਲੀ ਆ। ਅਮੁੱਲ ਪ੍ਰਵਾਨ। ਤੇ ਉਹਨਾਂ ਦੀ ਫਿਰ ਜਿਹੜੇ ਬਚਨ ਨੇ ਉਹ ਵੀ ਅਮੋਲਕ ਨੇ। ਉਹਨਾਂ ਦੀ ਜਿਹੜੀ ਬੁੱਧੀ ਰੂਪੀ ਤੱਕੜੀ ਆ ਉਹ ਵੀ ਅਮੋਲਕ ਆ, ਤੇ ਉਹਨਾਂ ਦਾ ਜਿਹੜਾ ਵੱਟਾ ਹੈ ਉਹ ਵੀ ਅਮੋਲਕ। ਇਸੇ ਤਰ੍ਹਾਂ ਪ੍ਰਮਾਤਮਾ ਦੀ ਕਚਹਿਰੀ ਹੈ। ਜਿੱਥੇ ਤੱਕੜੀ ਆ, ਜਿਵੇਂ ਸੰਸਾਰ 'ਚ ਆਪਾਂ ਤੋਲਦੇ ਆ, ਉੱਥੇ ਵੀ ਸਾਡਾ ਜਿਹੜਾ ਜ਼ਿੰਦਗੀ ਦਾ ਹਿਸਾਬ ਕਿਤਾਬ ਹੈ ਉਹ ਵਾਚਿਆ ਜਾਣਾ, ਤੋਲਿਆ ਜਾਣਾ। ਜੋ ਰੋਜ਼ ਆਪਾਂ ਪੜ੍ਹਦੇ ਹਾਂ, ਚੰਗਿਆਈਆਂ ਬੁਰਾਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਹ ਮਾਲਕ ਦਾ ਜਿਹੜਾ ਵੱਟਾ ਹੈ, ਤੱਕੜੀ ਆ, ਉਹਦੇ 'ਚ ਵੀ ਕੋਈ ਕਾਣ ਨਹੀਂ ਹੈ। ਸੰਸਾਰ 'ਚ ਤਾਂ ਏਰਾ ਫੇਰੀ ਹੋ ਜਾਂਦੀ ਆ, ਪਰ ਉਹ ਮੁੱਲ ਹੈ। ਅਮੁੱਲ ਬਖਸ਼ੀਸ, ਅਮੁੱਲ ਨਿਸ਼ਾਨ। ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ ਕਿ ਪਰਮਾਤਮਾ ਦੀ ਜਿਹੜੀ ਬਖਸ਼ਿਸ਼ ਹੈ, ਜਿਹੜਾ ਮਾਲਕ ਦਾ ਬਖਸ਼ਿਸ਼ ਜਿਹਨੂੰ ਆਪਾਂ ਕਹਿੰਦੇ ਆ ਕਿ ਫਲਾਨੇ ਤੇ ਬੜੀ ਬਖਸ਼ਿਸ਼ ਹੋ ਗਈ, ਇੱਕ ਦੁਨੀਆ ਦੀ ਬਖਸ਼ਿਸ਼ ਹੈ, ਉਹਦੀ ਕੁਝ ਸੀਮਾ ਹੈ। ਪਰ ਜਿਹੜੀ ਮਾਲਕ ਦੀ ਕਿਸੇ ਇਨਸਾਨ ਤੇ ਬਖਸ਼ਿਸ਼ ਹੋ ਜਾਣੀ ਆ, ਉਹਦੀ ਕੋਈ ਕੀਮਤ ਨਹੀਂ ਕਰ ਸਕਦਾ।
ਉਹ ਆਪਾਂ ਵੇਖਦੇ ਹਾਂ ਸੰਸਾਰ ਦੇ ਅੰਦਰ ਦੁਨਿਆਵੀ ਪਦਾਰਥ ਤਾਂ ਬਹੁਤ ਛੋਟੀਆਂ ਗੱਲਾਂ ਨੇ, ਐਸੇ ਵੀ ਖੇਲ ਕੁਦਰਤ ਵੱਲੋਂ ਖੇਲੇ ਜਾਂਦੇ ਆ। ਸੱਚਖੰਡ ਦਰਬਾਰ ਸਾਹਿਬ ਦੇ ਆਪਾਂ ਅਨੇਕਾਂ ਕੌਤਕ ਸੁਣਦੇ ਹਾਂ। ਕਿਸੇ ਨੂੰ ਅੱਖਾਂ ਤੋਂ ਦੀਂਦਾ ਨਹੀਂ, ਉਹਨੂੰ ਦਿਸਣਾ ਸ਼ੁਰੂ ਹੋ ਗਿਆ। ਕਿਸੇ ਤੋਂ ਬੋਲਿਆ ਨਹੀਂ ਜਾਂਦਾ, ਉਹਨੇ ਬੋਲਣਾ ਸ਼ੁਰੂ ਕਰਤਾ। ਕਿਸੇ ਤੋਂ ਤੁਰਿਆ ਨਹੀਂ ਜਾਂਦਾ, ਉਹਨੇ ਤੁਰਨਾ ਸ਼ੁਰੂ ਕਰ ਦਿੱਤਾ। ਕਿਸੇ ਨੂੰ ਕੋਈ ਐਸੀ ਭਿਆਨਕ ਬਿਮਾਰੀ ਲੱਗੀ, ਦੁਨੀਆ ਦੇ ਡਾਕਟਰਾਂ ਨੇ ਜਵਾਬ ਦਿੱਤਾ, ਮੌਤ ਦਿਖਾਈ ਦੇ ਰਹੀ ਹੈ। ਉਸ ਮਾਲਕ ਪਰਮਾਤਮਾ ਅੱਗੇ ਬੇਨਤੀਆਂ ਜੋ ਜਿਹੜੀਆਂ ਕੀਤੀਆਂ ਤਾਂ ਉਹਦੇ ਰੋਗ ਤੋੜ ਦਿੱਤੇ। ਸਤਿਗੁਰੂ ਪਾਤਸ਼ਾਹ ਇੱਥੋਂ ਤੱਕ ਆਪਾਂ ਨੂੰ ਸਮਝਾਉਂਦੇ ਆ, ਜਿੱਥੇ ਗਿਆਨ ਤੇ ਵਿਗਿਆਨ ਖਤਮ ਹੋ ਜਾਂਦਾ ਹੈ, ਇੱਕ ਸਮਾਂ ਐਸਾ ਬਣਦਾ ਜਿੱਥੇ ਨਾ ਕੋਈ ਦੁਨੀਆ ਦਾ ਗਿਆਨ ਕੰਮ ਕਰਦਾ ਤੇ ਨਾ ਵਿਗਿਆਨ ਕੰਮ ਕਰਦਾ। ਉਹ ਹੈ ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ। ਪਰ ਜੇ ਵਾਹਿਗੁਰੂ ਚਾਹੇ ਮਿਰਤਕ ਕਉ ਜੀ ਵਾਲਣ ਹਾਰ, ਉਹ ਇੱਥੇ ਵੀ ਮਰੇ ਹੋਏ ਜੀਵਾਂ ਨੂੰ ਜਿਉਂਦਾ ਕਰ ਦਿੰਦਾ। ਇਹ ਕੋਈ ਕੱਲੀਆਂ ਕਹਾਣੀਆਂ ਨਹੀਂ ਹੈ, ਪ੍ਰੈਕਟੀਕਲ ਵੀ ਹੋਏ ਸੰਸਾਰ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਆਪਾਂ ਸਥਾਨ ਤੇ ਚਰਨ ਛੋਹ ਬੈਠੇ ਆ, ਇਹਨਾਂ ਦੇ ਪੁੱਤਰ ਅਟਲ ਰਾਏ ਨੇ, ਜਿਨ੍ਹਾਂ ਦਾ ਹਰਿਮੰਦਰ ਸਾਹਿਬ ਦੇ ਨੇੜੇ ਬਹੁਤ ਵੱਡਾ ਉੱਚਾ ਸਥਾਨ ਬਣਿਆ। ਗੱਲ ਵੀ ਮਸ਼ਹੂਰ ਆ ਵੀ ਬਾਬਾ ਅਟਲ ਪੱਕੀਆਂ ਪਕਾਈਆਂ ਘੱਲ। ਇਹਨਾਂ ਨੇ ਆਪਣੇ ਹਾਣੀ ਨੂੰ ਖੇਡਦੇ ਖੇਡਦੇ, ਜਿਹਦੇ ਜ਼ਿੰਮੇਵਾਰੀ ਸੀ, ਘਰੇ ਜਾ ਕੇ ਪੈ ਗਿਆ। ਰਾਤ ਨੂੰ ਉਹਦੀ ਮੌਤ ਹੋ ਗਈ। ਦੂਸਰੇ ਦਿਨ ਸੱਦਣ ਗਏ, ਪਰਿਵਾਰ ਵਾਲੇ ਕਹਿੰਦੇ ਜੀ ਉਹ ਤਾਂ ਸਰੀਰ ਛੱਡ ਗਏ। ਬਾਬਾ ਅਟਲ ਜੀ ਨੇ ਕੋਲੇ ਜਾ ਕੇ ਕਹਿੰਦਾ, ਉੱਠ ਭਾਈ ਸਾਡੀ ਵਾਰੀ ਦੇ। ਉਹ ਖੜਾ ਹੋ ਗਿਆ ਉੱਠ ਕੇ। ਭਾਵੇਂ ਇਸੇ ਗੱਲ ਦੇ ਪਿੱਛੇ ਬਾਬਾ ਅਟਲ ਜੀ ਨੂੰ ਜਦੋਂ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਿਆ ਕਿ ਸਾਡੇ ਸਾਹਿਬਜ਼ਾਦੇ ਨੇ ਇਹ ਕਰਮ ਕਰਿਆ, ਤਾਂ ਉਹਨਾਂ ਨੇ ਕਿਹਾ ਕਿ ਤੂੰ ਕੁਦਰਤ ਦੇ ਖਿਲਾਫ ਚੱਲਿਆ ਕਰਤੇ ਪੁਰਖ ਦੇ, ਹੁਣ ਇਹਦਾ ਸਜ਼ਾ ਮਿਲੇਗੀ। ਉਹ ਕਹਿੰਦਾ ਜੀ ਕੀ? ਕਹਿੰਦੇ ਇੱਕੋ ਹੀ ਗੱਲ ਆ, ਫਿਰ ਜਾਂ ਤਾਂ ਤੁਸੀਂ ਸਰੀਰ ਛੱਡ ਕੇ ਜਾਓ ਜਾਂ ਸਾਨੂੰ ਜਾਣਾ ਪਊ। ਫਿਰ ਬਾਬਾ ਅਟਲ ਰਾਏ ਜੀ ਉੱਥੇ ਆਪਣਾ ਸਰੀਰ ਛੱਡ ਕੇ ਪ੍ਰਲੋਕ ਗਮਨ ਕੀਤਾ। ਬਾਬੇ ਨਾਮਦੇਵ ਵਰਗੇ ਦੀਆਂ ਗਊਆਂ, ਅਨੇਕਾਂ ਉਦਾਹਰਨਾਂ ਨਾਲ ਭਰਿਆ ਪਿਆ ਇਤਿਹਾਸ। ਜਿੱਥੇ ਗਿਆਨ ਤੇ ਵਿਗਿਆਨ ਖਤਮ, ਉੱਥੇ ਸਾਡਾ ਜੋ ਮਾਲਕ ਹੈ ਵਾਹਿਗੁਰੂ, ਮਿਰਤਕ ਕਉ ਜੀ ਵਾਲਣ ਹਾਰ, ਪ੍ਰਭ ਭਾਵੇ ਬਿਨ ਸਾਸ ਤੇ ਰੱਖੇ। ਕਹਿੰਦੇ ਉਹਦੀ ਜਿਹੜੀ ਬਖਸ਼ਿਸ਼ ਹੈ ਉਹਦਾ ਵੀ ਕੋਈ ਅਮੁੱਲ ਨਹੀਂ ਹੈ। ਅਮੁੱਲ ਬਖਸ਼ਿਸ਼, ਅਮੁੱਲ ਨਿਸ਼ਾਨ, ਉਹਦਾ ਜਿਹੜਾ ਝੰਡਾ ਹੈ, ਨਿਸ਼ਾਨ ਹੈ, ਉਹ ਵੀ ਅਮੋਲਕ। ਅਮੁੱਲ ਕਰਮ, ਅਮੁੱਲ ਫਰਮਾਨ। ਉਸ ਪਾਤਸ਼ਾਹ ਅਕਾਲ ਪੁਰਖ ਦੇ ਜਿਹੜੇ ਕਰਤੱਵ ਨੇ, ਉਹ ਵੀ ਹੁਣ ਕੌਣ ਜਾਣ ਸਕਦਾ ਪਰਮਾਤਮਾ ਦੇ ਕਰਤੱਵਾਂ ਨੂੰ। ਕਿਸੇ ਨੇ ਅੰਤ ਹੀ ਨਹੀਂ ਪਾਇਆ। ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਆ ਕਿਤੇ ਉਹਦੀ ਬਣਾਈ ਹੋਈ ਕੁਦਰਤ ਨੂੰ ਜਦੋਂ ਆਪਾਂ ਵੇਖਾਂਗੇ ਨਾ, ਕੁਦਰਤ ਕਰਕੇ ਵਸਿਆ ਸੋਏ, ਕਿਤੇ ਧਿਆਨ ਦੇ ਨਾਲ ਉਹਦੀ ਕੁਦਰਤ ਨੂੰ ਵੇਖੋ, ਸਾਡੇ ਮਨ 'ਚ ਪਰਮਾਤਮਾ ਦਾ ਪਿਆਰ ਪੈਦਾ ਹੋ ਜਾਊਗਾ। ਜਿਵੇਂ ਆਪਾਂ ਬਾਹਰ ਕੋਈ ਕਿਸੇ ਇਨਸਾਨ ਦੀ ਬਣਾਈ ਹੋਈ ਚੀਜ਼ ਵੇਖਦੇ ਹਾਂ, ਸਾਡੇ ਮਨ ਨੂੰ ਚੰਗੀ ਲੱਗੇ, ਆਪਾਂ ਪੁੱਛਦੇ ਹਾਂ ਵੀ ਇਹ ਕਿਹਨੇ ਬਣਾਈ ਹੈ। ਉਹ ਬਣਾਉਣ ਵਾਲੇ ਨਾਲ ਸਾਡਾ ਪਿਆਰ ਪੈ ਜਾਂਦਾ। ਇਸੇ ਤਰ੍ਹਾਂ ਜਦੋਂ ਅਸੀਂ ਮਾਲਕ ਦੀ ਬਣਾਈ ਹੋਈ ਇਹ ਸ੍ਰਿਸ਼ਟੀ ਨੂੰ ਵੇਖਾਂਗੇ, ਸਾਡੇ ਮਨ ਦੇ ਅੰਦਰ ਖਿਆਲ ਜ਼ਰੂਰ ਆਵੇਗਾ ਕਿ ਇਹਨੂੰ ਬਣਾਉਣ ਵਾਲਾ ਕੌਣ ਹੈ। ਦੁਨੀਆ ਦੇ ਬਾਗ ਬਗੀਚੇ ਦੇਖ ਲਓ, ਫੁੱਲ ਵੇਖ ਲਓ, ਆਕਾਸ਼ ਵੇਖ ਲਓ, ਧਰਤੀ ਵੇਖ ਲਓ, ਸਾਡਾ ਇਹ ਸਰੀਰ ਵੇਖ ਲਓ। ਜਦੋਂ ਵੇਖਾਂਗੇ ਨਾ ਵੀ ਇਹ ਬਣਾਇਆ ਕਿਹਨੇ, ਤੇ ਫੇਰ ਸਾਡਾ ਬਣਾਉਣ ਵਾਲੇ ਕਰਤੇ ਪੁਰਖ ਦੇ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਊਗਾ। ਅਮੁੱਲ ਕਰਮ, ਅਮੁੱਲ ਫਰਮਾਨ। ਉਸ ਮਾਲਕ ਦਾ ਜਿਹੜਾ ਹੁਕਮ ਹੈ ਉਹ ਵੀ ਅਮੋਲਕ ਹੈ, ਉਹਨੂੰ ਕੋਈ ਟਾਲ ਨਹੀਂ ਸਕਦਾ। ਫਰਮਾਨ ਤੇਰਾ ਸਿਰੇ ਉੱਪਰ, ਫਿਰਤ ਨਾ ਕਰਤ ਵਿਚਾਰ। ਉਹ ਜੋ ਉਹਨੂੰ ਚਾਹੁੰਦਾ, ਜੋ ਉਹਦੀ ਇੱਛਾ ਹੈ, ਉਹ ਸੰਸਾਰ ਨੂੰ ਚਲਾ ਰਿਹਾ। ਅਮੁੱਲੋ ਅਮੁੱਲ ਆਖਿਆ ਨਾ ਜਾਏ। ਹੁਣ ਸਤਿਗੁਰੂ ਪਾਤਸ਼ਾਹ ਸਮਝਾ ਰਹੇ ਆ, ਉਸ ਮਾਲਕ ਦੇ ਜਿਹੜਾ ਖੇਲ ਹੈ
ਉਹਨੂੰ ਕਿਵੇਂ ਕੋਈ ਆਖ ਸਕਦਾ, ਨਾ ਉਹਦੀ ਕੋਈ ਕੀਮਤ ਦੇ ਸਕਦਾ। ਕੌਣ ਦੇ ਸਕਦਾ ਕੀਮਤ? ਆਪਾਂ ਹਵਾ ਹੈ, ਸਵਾਸ ਲੈਂਦੇ ਆ, ਕੌਣ ਕੀਮਤ ਦੇ ਸਕਦਾ? ਹਸਪਤਾਲਾਂ 'ਚ ਆਕਸੀਜਨ ਆਪਣੇ ਲੱਗਦੀ ਆ, ਥੋੜੇ ਸਮੇਂ 'ਚ ਕਿੱਡਾ ਵੱਡਾ ਬਿੱਲ ਬਣ ਜਾਂਦਾ, ਪੈਸੇ ਅਦਾ ਕਰਨੇ ਪੈਂਦੇ ਆ। ਤੇ ਉਸ ਮਾਲਕ ਦੀ ਦਿੱਤੀ ਹੋਈ ਪੌਣ ਜਿਹਦੇ ਨਾਲ ਆਪਾਂ ਜੀਵਤ ਹਾਂ, ਕੌਣ ਇਹਦੀ ਕੀਮਤ ਦੇ ਸਕਦਾ? ਧਰਤੀ ਸਾਨੂੰ ਦਿੱਤੀ ਆ ਰਹਿਣ ਵਾਸਤੇ, ਪਾਣੀ ਦੇ ਉੱਪਰ ਖੜੀ ਆ, ਇਹਦੀ ਕੀਮਤ ਕੌਣ ਦੇ ਸਕਦਾ? ਚੰਦ ਸੂਰਜ ਨੇ ਰੋਸ਼ਨੀ ਦੇ ਰਹੇ ਨੇ, ਕੌਣ ਕੀਮਤ ਦੇ ਸਕਦਾ? ਉਹ ਮਾਲਕ ਸਾਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ, ਇਹਦੀ ਕੌਣ ਕੀਮਤ ਦੇ ਸਕਦਾ? ਤਾਂ ਪਾਤਸ਼ਾਹ ਸਮਝਾ ਰਹੇ ਨੇ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਕੰਚਨ ਸਿਉ ਪਾਈਏ ਨਹੀਂ ਤੋਲ। ਨਾ ਉਸ ਮਾਲਕ ਦੀ ਕਿਰਪਾ ਨੂੰ ਕੋਈ ਕਿਸੇ ਦੁਨੀਆ ਦੇ ਪਦਾਰਥ ਦੀ ਕੀਮਤ ਨਾਲ ਲੈ ਸਕਦਾ, ਨਾ ਉਹਦੇ ਨਾਮ ਨੂੰ ਦੁਨੀਆ ਦੀ ਕੋਈ ਕੀਮਤ ਅਦਾ ਕਰਕੇ ਖਰੀਦਿਆ ਜਾ ਸਕਦਾ। ਸੋਨਾ ਮਹਿੰਗਾ ਗਿਣਿਆ ਜਾਂਦਾ, ਕੰਚਨ ਸਿਉ ਪਾਈਏ ਨਹੀਂ ਤੋਲ। ਮਨ ਦੇ ਰਾਮ ਲਿਆ ਹੈ ਮੋਲ। ਉਹਦੀ ਨਦਰ ਦੀ ਪ੍ਰਾਪਤੀ ਵਾਸਤੇ ਤਾਂ ਇੱਕੋ ਹੀ ਖੇਲ ਆ ਕਿ ਅਸੀਂ ਆਪਣੇ ਮਨ ਦੀ ਮਤ ਨੂੰ ਛੱਡ ਕੇ ਉਸ ਪਰਮਾਤਮਾ ਦੇ ਹੁਕਮ ਨੂੰ ਪਛਾਣਨ ਦਾ ਯਤਨ ਕਰੀਏ। ਜਿਨ੍ਹਾਂ ਨੇ ਫਿਰ ਆਪਣੇ ਮਨ ਦੀ ਤਿਆਗੈ ਮਨ ਕੀ ਮਤੜੀ, ਵਿਸਾਰੇ ਦੂਜਾ ਭਾਓ। ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੂਖ ਭਰਮ ਭਉ ਜਾਏ। ਉਹ ਫਿਰ ਪਾਤਸ਼ਾਹ ਕਹਿੰਦੇ ਖੁਸ਼ ਹੁੰਦਾ ਜਿਨ੍ਹਾਂ ਨੇ ਆਪਣੇ ਮਨ ਦੀ ਅਰਪਣ ਕਰਤੀ। ਕੰਚਨ ਸਿਉ ਪਾਈਏ ਨਹੀਂ ਤੋਲ, ਆਖ ਆਖ ਰਹੇ ਲਿਵ ਲਾਏ। ਹੁਣ ਉਸ ਪਰਮਾਤਮਾ ਦੇ ਜਸ ਨੂੰ ਪਤਾ ਨਹੀਂ ਕਿੰਨੇ ਕੁ ਲੋਕ ਆਪੋ ਆਪਣੇ ਢੰਗ ਦੇ ਨਾਲ ਬੋਲ ਬੋਲ ਕੇ ਉਹਦੇ ਨਾਲ ਲਿਵ ਲਾਉਣ ਦਾ ਯਤਨ ਕਰ ਰਹੇ ਆ। ਇੱਥੋਂ ਤੱਕ ਸਾਰੀ ਸ੍ਰਿਸ਼ਟੀ, ਪਸ਼ੂ ਪੰਛੀ, ਪਹਾੜ, ਦਰਖਤ ਆਦਿਕ ਜਿੰਨੇ ਵੀ ਆ, ਸਾਰੇ ਉਸ ਮਾਲਕ ਦੇ ਆਪੋ ਆਪਣੀ ਬੋਲੀ 'ਚ ਉਹਦੇ ਜਸ ਨੂੰ ਆਖ ਰਹੇ ਆ। ਕਾਰਨ ਇੱਕੋ ਹੀ ਕਿ ਕਿਸੇ ਨਾ ਕਿਸੇ ਵਿਧੀ ਦੁਆਰਾ ਸਾਡੀ ਜਿਹੜੀ ਲਿਵ ਆ ਸੰਸਾਰ ਦੇ ਨਾਲ ਜੁੜੀ ਹੋਈ ਆ, ਇਹ ਪਰਮਾਤਮਾ ਨਾਲ ਜੁੜ ਜੇ। ਕਿਉਂ ਜੇ ਨਹੀਂ ਜੁੜਦੀ ਤਾਂ ਤੀਸਰੇ ਪਾਤਸ਼ਾਹ ਦੇ ਬਚਨ ਆਪਾਂ ਰੋਜ਼ ਪੜ੍ਹਦੇ ਆ, ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵਹਿ ਬਾਝੋ ਕਿਆ ਕਰੇ ਵਿਚਾਰੀਆ। ਜੇ ਸਾਡਾ ਧਿਆਨ ਸਾਡੇ ਮਨ ਦੀ ਲਿਵ ਵਾਹਿਗੁਰੂ ਨਾਲ ਨਹੀਂ ਜੁੜਦੀ ਤਾਂ ਸਾਨੂੰ ਨਮਾਣੇ ਕਹਿੰਦੇ ਨੇ। ਸਾਚੀ ਲਿਵੈ ਬਿਨ ਦੇਹ ਨਮਾਣੀ, ਦੇਹ ਨਮਾਣੀ ਲਿਵਹਿ ਬਾਝੋ ਕਿਆ ਕਰੇ ਵਿਚਾਰੀਆ। ਤਦਵਾ ਸਮਰੱਥ ਕੋਈ ਨਾਹੀ, ਕਿਰਪਾ ਕਰ ਮਨਵਾਰੀਆ। ਤਾਂ ਪਾਤਸ਼ਾਹ ਇੱਥੇ ਸਮਝਾ ਰਹੇ ਆ, ਪਤਾ ਨਹੀਂ ਕਿੰਨੀ ਕੁ ਸ੍ਰਿਸ਼ਟੀ ਉਸ ਮਾਲਕ ਦੇ ਨਾਮ ਲੈ ਲੈ ਕੇ ਉਹਦੀ ਸਿਫਤ ਸਲਾਹ ਵਡਿਆਈ ਕਰ ਕਰਕੇ ਉਹਦੇ ਨਾਲ ਜੁੜਨ ਦਾ ਯਤਨ ਕਰ ਰਹੇ ਆ। ਆਖ ਆਖ ਰਹੇ ਲਿਵ ਲਾਏ, ਆਖੈ ਵੇਦ ਪਾਠ ਪੁਰਾਣ। ਪਤਾ ਨਹੀਂ ਕਿੰਨੇ ਕੁ ਲੋਕ ਵੇਦਾਂ, ਸ਼ਾਸਤਰਾਂ, ਧਾਰਮਿਕ ਗ੍ਰੰਥਾਂ ਦੇ ਅੰਦਰ ਉਸ ਮਾਲਕ ਪਰਮਾਤਮਾ ਦੀ ਜੋ ਵਡਿਆਈ ਕੀਤੀ ਆ, ਉਹਨਾਂ ਦੇ ਪਾਠ ਕਰਕੇ ਉਹਨਾਂ ਦੀ ਮਾਲਕ ਦੇ ਗੁਣਾਂ ਦਾ ਗਿਆਨ ਕਰ ਰਹੇ ਆ। ਆਖੈ ਪੜ੍ਹੇ ਕਰੇ ਵਖਿਆਨ, ਕਿੰਨੇ ਕੁ ਇਨਸਾਨ ਉਹਨਾਂ ਗ੍ਰੰਥਾਂ ਨੂੰ ਪੜ੍ਹ ਪੜ੍ਹ ਕੇ ਉਹਨਾਂ ਦਾ ਵਖਿਆਨ ਕਰ ਕਰਕੇ ਪਰਮਾਤਮਾ ਦੀ ਸਿਫਤ ਸਲਾਹ ਕਰ ਰਹੇ ਆ। ਆਖੇ ਬਰਮੈ ਆਖੈ ਇੰਦ, ਕਹਿੰਦੇ ਉਸ ਮਾਲਕ ਦੇ ਨਾਮ ਨੂੰ ਕਿੰਨੇ ਬਰਮੇ ਵਰਗੇ, ਵਿਸ਼ਨੂੰ ਵਰਗੇ, ਇੰਦਰ ਵਰਗੇ ਰਾਜੇ ਉਹਦੇ ਜਸ ਨੂੰ ਗਾਉਂਦੇ ਨੇ। ਇਹ ਪੌੜੀ ਅੱਗੇ ਆ ਜਾਣੀ ਆ, ਜਿਹਦੇ ਅੰਦਰ ਸਾਰੇ ਗੁਰੂ ਨਾਨਕ ਸਾਹਿਬ ਮਹਾਰਾਜ ਆਪਾਂ ਨੂੰ ਸਮਝਾਉਣਗੇ ਕਿ ਕਿੰਨੇ ਕੁ ਜੀਵ ਉਸ ਮਾਲਕ ਦੇ ਦਰ ਤੇ ਖੜ ਕੇ ਉਸ ਪਰਮਾਤਮਾ ਦੀ ਉਸਤਤ ਕਰ ਰਹੇ ਆ। ਆਖੇ ਬਰਮੈ ਆਖੈ ਇੰਦ, ਆਖੈ ਗੋਪੀ ਤੈ ਗੋਬਿੰਦ। ਇੱਥੇ ਪਾਤਸ਼ਾਹ ਆਪਾਂ ਨੂੰ ਸਮਝਾ ਰਹੇ ਆ, ਇਹ ਗੋਪੀ ਅਤੇ ਗੋਬਿੰਦ ਦੇ ਕਾਫੀ ਵਿਦਵਾਨ ਲੋਕਾਂ ਨੇ ਅਰਥ ਕੀਤੇ ਆ। ਇੱਕ ਤਾਂ ਅਰਥ ਇਹ ਕੀਤਾ ਕਿ ਗੋਪੀ ਕਹਿੰਦੇ ਨੇ ਇਸਤਰੀ ਮਾਤਰ, ਜਿਨ੍ਹਾਂ ਦੇ ਸਰੀਰ ਦਾ ਆਕਾਰ ਇਸਤਰੀ ਵਾਲਾ,
क्योंकि शरीर के आकारां दा फर्क है। जोत सारियां दे अंदर इक्को ही है। सब में जोत, जोत है सोए, तिसकै चानण सब में चानण होए। ये तां पातशाह अकाल पुरख ने दो शरीर बनाए ने सृष्टि का वाधा करने वास्ते। नारी पुरख सिरजियन दिख माया मोह प्यारो, खानी बाणी तेरियां जे जे जियां आधारो। कुदरत तख्त रचाया सच नवेड़न हारो। इत्थे कुछ विद्वानां ने गोपी इस्त्रियां नूं कहता ते गोविंद कहता पुरुषां नूं, ते कुछ क ने जिवें कृष्ण ते गोपियां दी गल करदे ने सनातन धर्म वाले ओदा कीता। ते एक अर्थ इहदा इह भी कीता गया, गोपी कहंदे ने साडियां इंद्रियां नूं जो ज्ञान ते कर्म इंद्रियां ने, गोविंद कहंदे ने साडे अंतःकरण नूं। ते एक अर्थ इह भी कीता गोपी के जिहड़ा मालिक है परमात्मा, गो दा मतलब पिरथवी ते पी दा मतलब पिरथवी पति, ਉਹ ਜਿਹੜਾ ਸਾਰੀ ਧਰਤੀ ਦਾ ਪਤੀ ਹੈ ਮਾਲਿਕ, ਤੇ ਗੋਬਿੰਦ ਵੇਦਾਂ ਕਰਕੇ ਜਾਣਨਹਾਰ ਹੈ। ਸਾਰੇ ਹੀ ਕਹਿਣ ਤੋਂ ਭਾਵ ਉਸ ਮਾਲਿਕ ਪਰਮਾਤਮਾ ਦੇ ਜਸ ਨੂੰ ਆਖ ਰਹੇ ਆ। ਆਖੈ ਈਸ਼ਰ ਆਖੈ ਸਿੱਧ, ਈਸ਼ਰ ਵਰਗੇ ਸ਼ਿਵ ਜੀ ਵਰਗੇ ਉਸ ਮਾਲਿਕ ਦੇ ਪਰਮਾਤਮਾ ਦੇ ਜਸ ਨੂੰ ਗਾ ਰਹੇ ਆ। ਸਿੱਧ ਪਾਤਸ਼ਾਹ ਕਹਿੰਦੇ ਆ, ਸਿੱਧੋ ਤੁਸੀਂ ਵੀ ਤਾਂ ਉਸੇ ਮਾਲਿਕ ਦੇ ਜਸ ਨੂੰ ਹੀ ਗਾ ਰਹੇ ਹੋ ਨਾ। ਕੁਝ ਕੁ ਲੋਕ ਉਸ ਪ੍ਰਮਾਤਮਾ ਨੂੰ ਜਾਪ ਤਪ ਕਰਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਸਤੇ ਯਾਦ ਕਰਦੇ ਆ ਕਿ ਸਾਡੇ ਅੰਦਰ ਸ਼ਕਤੀਆਂ ਆ ਜਾਣ, ਉਹਨਾਂ ਸ਼ਕਤੀਆਂ ਦਾ ਪ੍ਰਭਾਵ ਦਿਖਾ ਕੇ ਅਸੀਂ ਲੋਕਾਂ ਨੂੰ ਸਤਿਕਾਰ ਕਰਾਈਏ। ਕਿਉਂਕਿ ਚੱਲਦਾ ਰਿਹਾ ਸੰਸਾਰ 'ਚ, ਅੱਜ ਵੀ ਚੱਲਦਾ। ਜਦੋਂ ਕੋਈ ਇਨਸਾਨ परमात्मा वाले पासे नूं जप तप करदा, पहला रिधी सिधी प्रकट हुंदी है। इत्थे क खड़ जांदा जीव, ओहदे मुखों कहे होईयां गल्लां सच होण लग जांदियां। थोड़ियां बहुत बाग सिद्धि कहंदे आ इन्हां नूं। ते किसे नूं होण वाली गल दा थोड़ा बहुता पता लगण लग जांदा। ਇਹ ਰੁਕਾਵਟ ਬਣ ਜਾਂਦੀ ਹੈ ਫਿਰ ਪਰਮਾਰਥ ਦੇ ਰਸਤੇ। ਕੁਝ ਕੁ ਲੋਕ ਇੱਥੇ ਹੀ ਖੜ ਜਾਂਦੇ ਆ। ਉਹ ਕਿਸੇ ਨੂੰ ਵਰ ਦੇ ਦਿੰਦੇ ਆ, ਕਿਸੇ ਨੂੰ ਸ਼ਰਾਪ ਦੇ ਦਿੰਦੇ ਆ, ਤੇ ਲੋਕ ਉਹਨਾਂ ਦਾ ਸਤਿਕਾਰ ਕਰਦੇ ਨੇ, ਉਹਨਾਂ ਨੂੰ ਰੱਬ ਬਣ ਕੇ ਬੈਠ ਜਾਂਦੇ ਆ। ਪਰ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਹੋ ਗਈ, ਉਹਨਾਂ ਨੂੰ ਪਤਾ ਨਹੀਂ ਲੱਗਦਾ। ਜ਼ਿਆਦਾਤਰ ਜੀਵ ਭਗਤੀ ਮਾਰਗ ਤੇ ਚੱਲ ਕੇ ਇੱਥੇ ਖੜ ਜਾਂਦੇ ਆ। ਇਹਨੂੰ ਗੰਧਰਵ ਨਗਰੀ ਵੀ ਗੁਰਬਾਣੀ ਦੇ ਅੰਦਰ ਕਿਹਾ। ਦੂਸਰੇ ਪਾਸੇ ਜਿਹੜਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਆ, ਉਹ ਸਾਨੂੰ ਇਹ ਦੱਸ ਰਿਹਾ ਕਿ ਤੁਹਾਨੂੰ ਇਹਨਾਂ ਤਾਕਤਾਂ ਦੀ ਪ੍ਰਾਪਤੀ ਵਾਸਤੇ ਨਹੀਂ ਕਰਨਾ ਚਾਹੀਦਾ ਜਪ ਤਪ। ਤੁਹਾਨੂੰ ਉਸ ਪਰਮਾਤਮਾ ਦੇ ਅੰਦਰ ਲੀਨ ਹੋ ਕੇ ਬ੍ਰਹਮ ਦੇ ਅੰਦਰ ਸਮਾਉਣ ਵਾਸਤੇ ਪਿਆਰ ਨਾਲ ਉਸ ਪਰਮਾਤਮਾ ਦਾ ਸੇਵਾ ਸਿਮਰਨ ਕਰਨੀ ਚਾਹੀਦੀ ਹੈ। ਜੇ ਤੁਸੀਂ ਇਹ ਪੱਖ ਲੈ ਕੇ ਚੱਲੋਗੇ, ਇਹ ਰਿੱਧੀਆਂ ਸਿੱਧੀਆਂ ਤਾਂ ਤੁਹਾਡੇ ਪਿੱਛੇ ਪਿੱਛੇ ਭੱਜੀਆਂ ਫਿਰਨਗੀਆਂ। ਬ੍ਰਹਮ ਬਿੰਦੈ ਤਿਸਦਾ ਬ੍ਰਹਮਤ ਰਹਿ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੈ, ਜੋ ਹਿਰਦੇ ਸਦਾ ਜੋ ਹਰ ਹਿਰਦੇ ਸਦਾ ਵਸਾਏ। ਤੇ ਜਿਹੜੇ ਫਿਰ ਇਹ ਪੱਖ ਲੈ ਕੇ ਚੱਲਦੇ ਆ, ਜੇ ਮਾਲਕ ਉਹਨਾਂ ਤੇ ਕਿਰਪਾ ਵੀ ਕਰਦਾ, ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਪਤਾ ਵੀ ਲੱਗੇ, ਤਾਂ ਉਹ ਦੱਸਦੇ ਨਹੀਂ ਫਿਰਦੇ। ਫਿਰ ਹੁਣ ਨਜੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ। ਭਿਖਾਰੀ ਵਰਗਿਆਂ ਦੀਆਂ ਆਪਾਂ ਕਹਾਣੀਆਂ ਪੜ੍ਹਦੇ ਹਾਂ ਸਿੱਖਾਂ ਦੀਆਂ, ਕਿ ਉਹਨਾਂ ਦੇ ਪੁੱਤਰ ਨੂੰ ਪੰਜਵੇਂ ਪਾਤਸ਼ਾਹ ਕੋਲੇ ਕੋਈ ਸਿੱਖ ਗਿਆ। ਉਹ ਕਹਿੰਦੇ ਜੀ ਤੁਹਾਡਾ ਸਿੱਖ ਕਿਹੋ ਜਿਹਾ ਹੁੰਦਾ? ਪਾਤਸ਼ਾਹ ਨੇ ਭਿਖਾਰੀ ਦਾ ਐਡਰੈਸ ਦਿੱਤਾ, ਉੱਥੇ ਚਲਿਆ ਗਿਆ। ਜਦੋਂ ਘਰੇ ਪਹੁੰਚਿਆ, ਇੱਕ ਪਾਸੇ ਵਿਆਹ ਦੀ ਰੌਣਕ ਆ, ਮੁੰਡੇ ਦਾ ਵਿਆਹ ਰੱਖਿਆ ਹੋਇਆ, ਤੇ ਉਹ ਭਿਖਾਰੀ ਨਾਮ ਦਾ ਸਿੱਖ ਇੱਕ ਪਾਸੇ ਬੈਠਾ ਇੱਕ ਪੱਲੀ ਸਿਉਂ ਰਿਹਾ। ਉਹਨੇ ਪੁੱਛਿਆ ਸਿੱਖ ਨੇ, ਕਹਿੰਦਾ ਜੀ ਕੀ ਗੱਲ ਇੰਨੀ ਰੌਣਕ ਆ, ਤੁਸੀਂ ਪੱਲੀ ਸਿਉਂ ਰਹੇ ਹੋ? ਉਹ ਕਹਿੰਦਾ ਕੋਈ ਨਹੀਂ ਸਿੱਖਾ, ਇਹ ਵੀ ਕੰਮ ਆਊਗੀ। ਚਲੋ ਵਿਆਹ ਹੋਇਆ। ਵਿਆਹ ਹੋਣ ਦੇ ਨਾਲ ਹੀ ਉਸੇ ਦਿਨ ਲੜਕੇ ਦੀ ਮੌਤ ਹੋ ਗਈ। ਤੇ ਉਹ ਭਿਖਾਰੀ ਨੇ ਉਸੇ ਸਿੱਖ ਨੂੰ ਕਿਹਾ, ਕਹਿੰਦਾ ਸਿੱਖਾ ਰਿਹਾ ਤੇ ਆ ਪੱਲੀ ਵਿਛਾ ਆਪਾਂ ਇੱਥੇ ਬੈਠੀਏ। ਉਹ ਸਿੱਖ ਬੜਾ ਹੈਰਾਨ ਹੋਇਆ ਜਿਹੜਾ ਗਿਆ ਸੀ ਮਹਾਰਾਜ ਕੋਲੋਂ, ਕਿ ਸਿੱਖ ਕਿਹੋ ਜਿਹੇ ਹੁੰਦੇ ਆ। ਉਹ ਕਹਿੰਦਾ ਜੀ
ਭਿਖਾਰੀ ਨੂੰ ਕਹਿੰਦਾ ਜੀ ਤੁਹਾਨੂੰ ਪਤਾ ਸੀ ਇਹ ਹੋਣ ਵਾਲੀ ਗੱਲ ਦਾ? ਉਹ ਕਹਿੰਦੇ ਜੀ ਹਾਂ ਪਤਾ ਸੀ, ਤਾਂ ਅਸੀਂ ਇਹ ਪੱਲੀ ਸਿਉਂ ਰਹੇ ਸੀ ਵੀ ਕੰਮ ਦੇਊਗੀ। ਉਹ ਕਹਿੰਦਾ ਫਿਰ ਤੁਸੀਂ ਇਹ ਲੜਕੀ ਨੂੰ ਕਿਉਂ ਵਿਆਹ ਕੇ ਲਿਆਏ, ਇਹਦੀ ਕਿਉਂ ਜ਼ਿੰਦਗੀ ਖਰਾਬ ਕੀਤੀ, ਜੇ ਤੁਹਾਨੂੰ ਪਤਾ ਹੀ ਸੀ ਵੀ ਤੁਹਾਡੇ ਮੁੰਡੇ ਦੀ ਮੌਤ ਹੋ ਜਾਣੀ ਆ। ਉਹ ਕਹਿੰਦਾ ਸਿੱਖਾ ਇਹੀ ਤਾਂ ਗੁਰੂ ਨਾਨਕ ਦਾ ਘਰ ਸਿਖਾਉਂਦਾ, ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਹੁਣ ਨਜ਼ੀਕ ਖੁਦਾਈ ਦੇ ਭੇਦ ਨਾ ਕਿਸੇ ਦੇਣ। ਮੈਂ ਕੌਣ ਹਾਂ ਇਹ ਲੜਕੀ ਦੀ ਜ਼ਿੰਦਗੀ ਖਰਾਬ ਕਰਨ ਵਾਲਾ ਜਾਂ ਸਵਾਰਨ ਵਾਲਾ? ਜੇ ਭਲਾ ਮੈਨੂੰ ਨਾ ਵੀ ਪਤਾ ਹੁੰਦਾ ਫਿਰ ਵੀ ਇਹ ਲੜਕੀ ਨਾ ਤਾਂ ਇਹਦੇ ਕਰਮ ਅਨੁਸਾਰ ਐਸਾ ਹੀ ਹੋਣਾ ਸੀ। ਇੱਕ ਪਾਸੇ ਉਹ ਲੋਕ ਨੇ ਜਿਵੇਂ ਅੱਜ ਆਪਾਂ ਵੇਖ ਰਹੇ ਹਾਂ ਕਿੱਡਾ ਕਿੱਡਾ ਆਪਣੀ ਝੂਠੀ ਤਾਕਤ ਦਾ ਇਸ਼ਤਿਹਾਰਬਾਜ਼ੀ ਹੋ ਰਹੀ ਹੈ, ਤੇ ਗੁਰੂ ਨਾਨਕ ਦਾ ਘਰ ਨਹੀਂ ਇਹ ਸਿਖਾਉਂਦਾ। ਉਹ ਤਾਂ ਮਹਾਰਾਜ ਕਹਿੰਦੇ, ਉਹ ਤਾਂ ਸਿੱਧੋ ਜਿਵੇਂ ਤੁਸੀਂ ਮਹਾਰਾਜ ਕਹਿੰਦੇ ਆਪਦੀ ਸ਼ਕਤੀ ਦਾ ਪ੍ਰਦਰਸ਼ਨ ਕਰਦੇ ਹੋ, ਤੁਸੀਂ ਤਾਂ ਇਹ ਬਹੁਤ ਨੇੜੇ ਹੀ ਖੜੇ ਹੋ ਹਲੇ। ਆਖੈ ਈਸ਼ਰ ਆਖੈ ਸਿੱਧ, ਆਖੈ ਕੀਤੇ ਬੁੱਧ, ਕਿੰਨੇ ਲੋਕ ਬੁੱਧੀਵਾਨ ਉਸ ਪਰਮਾਤਮਾ ਦੇ ਜਸ ਨੂੰ ਆਪਦੀ ਰਸਨਾ ਨਾਲ ਆਖ ਰਹੇ ਆ। ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁੰਜਨ ਸੇਵ। ਦਾਨਵ ਕਹਿੰਦੇ ਨੇ ਦੈਂਤਾਂ ਨੂੰ, ਦੇਵਤਿਆਂ ਨੂੰ ਦੇਵ ਕਹਿੰਦੇ ਨੇ, ਸੁਰ ਨਰ ਕਹਿੰਦੇ ਨੇ ਜਿਨ੍ਹਾਂ ਦੇ ਅੰਦਰ ਦੇਵਤਿਆਂ ਵਰਗੇ ਗੁਣ ਪੈਦਾ ਹੋ ਜਾਣ। ਸੁਰ ਕਹਿੰਦੇ ਨੇ ਦੇਵਤਿਆਂ ਨੂੰ, ਨਰ ਕਹਿੰਦੇ ਨੇ ਮਨੁੱਖਾਂ ਨੂੰ। ਜਿਹੜੇ ਮਨੁੱਖਾਂ ਦੇ ਅੰਦਰ ਦੇਵਤਿਆਂ ਵਰਗੇ ਗੁਣ ਹੋ ਜਾਣ ਉਹਨਾਂ ਨੂੰ ਕਹਿੰਦੇ ਨੇ ਸੁਰ ਨਰ। ਮੁਨੀ ਉਸ ਪਰਮਾਤਮਾ ਦੇ ਨਾਲ ਲਿਵ ਜੋੜਨ ਵਾਲੇ। ਆਖੇ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁੰਜਨ ਸੇਵ। ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਉੱਠ ਜਾਹੇ। ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਉਸ ਮਾਲਕ ਦੇ ਗੁਣ ਤਾਂ ਇੰਨੇ ਨੇ, ਕਿੰਨੇ ਲੋਕ ਉਹਦੇ ਗੁਣ ਗਾਈ ਜਾਂਦੇ ਆ ਤੇ ਮੁੱਕਦੇ ਨਹੀਂ ਹੈ। ਕਿੰਨੇ ਲੋਕ ਇਹ ਸੰਸਾਰ ਚੋਂ ਉਹਨਾਂ ਦੇ ਗੁਣਾਂ ਨੂੰ ਗਾਉਂਦੇ ਗਾਉਂਦੇ ਇਹ ਸੰਸਾਰ ਦੇ ਅੰਦਰੋਂ ਚਲੇ ਗਏ, ਭਾਵੇਂ ਆਪਣੇ ਭਾਵ ਆਪਣੇ ਸਰੀਰ ਛੱਡ ਕੇ ਚਲੇ ਗਏ। ਇਤੇ ਕੀਤੇ ਹੋਰ ਕਰਹਿ ਤਾਂ ਆਖ ਨਾ ਸਕੈ ਕਈ ਕੇ। ਕਹਿੰਦੇ ਹੁਣ ਕਿੰਨੇ ਪਰਮਾਤਮਾ ਦੇ ਗੁਣਾਂ ਦਾ ਲੋਕ ਵਰਣਨ ਕਰ ਰਹੇ ਆ। ਇੰਨੀ ਇੱਕ ਸ੍ਰਿਸ਼ਟੀ ਹੋਰ ਸਾਜ ਦਿੱਤੀ ਜਾਵੇ ਤਾਂ ਵੀ ਪਰਮਾਤਮਾ ਦੇ ਗੁਣਾਂ ਦਾ ਕੋਈ ਅੰਤ ਨਹੀਂ ਪਾ ਸਕਦਾ, ਉਹਦੀ ਕੋਈ ਗਿਣਤੀ ਨਹੀਂ ਕਰ ਸਕਦਾ, ਉਹਦਾ ਕੋਈ ਓੜਕ ਨਹੀਂ। ਭਾਵੇਂ ਇੰਨੇ ਹੋਰ ਇੱਥੇ ਜੀਵ ਪੈਦਾ ਹੋ ਜਾਣ, ਜੇਵੜ ਭਾਵੈ ਤੇਵੜ ਹੋਏ। ਇਹ ਤਾਂ ਜਿਸ ਤਰ੍ਹਾਂ ਪਰਮਾਤਮਾ ਚਾਹੁੰਦਾ ਉਹ ਜਿੱਡੇ ਵੱਡੇ ਮਰਜ਼ੀ ਆਪਦੇ ਗੁਣ ਹੋਰ ਵਧਾ ਸਕਦਾ ਤੇ ਉਹਦੇ ਗੁਣਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਅਖੀਰ ਫਿਰ ਮਹਾਰਾਜ ਸਮਝਾ ਰਹੇ ਆ, ਕਹਿੰਦੇ ਨਾਨਕ ਜਾਣੈ ਸਾਚਾ ਸੋਏ। ਇਹ ਤਾਂ ਉਹ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ, ਕਰਤਾ ਪੁਰਖ ਹੀ ਜਾਣਦਾ। ਉਹਦਾ ਇਹ ਕਿੱਡਾ ਕੁ ਵੱਡਾ ਸ੍ਰਿਸ਼ਟੀ ਦਾ ਖੇਲ ਆ। ਅੱਜ ਦੇਖ ਲਓ ਇੱਕ ਬ੍ਰਹਿਮੰਡ ਦੀ ਖੋਜ ਨਹੀਂ ਹੋ ਰਹੀ ਵਿਗਿਆਨ ਵਾਲਿਆਂ ਤੋਂ। ਪਾਤਸ਼ਾਹ ਕਹਿੰਦੇ ਕਰੋੜਾਂ ਹੀ ਬ੍ਰਹਿਮੰਡ ਨੇ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਿਤ ਪਾਲੇ ਨਿਤਸਾਰ ਸੰਭਾਲੇ, ਇੱਕ ਗੁਣ ਨਹੀਂ ਮੂਰਖ ਜਾਤਾ ਹੈ। ਸਿੱਧਾ ਨੇ ਫਿਰ ਬੇਨਤੀ ਕੀਤੀ, ਇੱਕ ਸਿੱਧ ਨੇ ਕਹਿੰਦਾ ਜੀ ਮੈਨੂੰ ਆਪਦੇ ਆਪ ਤੇ ਮਾਣ ਬਈ ਮੈਂ ਸਾਰੇ ਪਰਮਾਤਮਾ ਦੇ ਗੁਣ ਜਾਣਦਾ। ਪਾਤਸ਼ਾਹ ਨੇ ਫਿਰ ਪਤਾ ਕੀ ਕਿਹਾ, ਜਿਵੇਂ ਅੱਜ ਵੀ ਕੋਈ ਇਨਸਾਨ ਭੁਲੇਖੇ ਚ ਕਹੇ ਕਿ ਮੈਂ ਮਾਲਕ ਦੇ ਸਾਰੇ ਗੁਣਾਂ ਦਾ ਵਰਣਨ ਕਰ ਲੂੰ, ਉਹਦਾ ਅੰਤ ਪਾ ਲੂੰ, ਉਹਦਾ ਬਹੁਤ ਵੱਡਾ ਭੁਲੇਖਾ। ਸਿੱਧ ਵੀ ਹੰਕਾਰੀ ਸੀ, ਉਹਨਾਂ ਨੂੰ ਥੋੜਾ ਬਹੁਤਾ ਮਾਣ ਸੀ, ਜਪ ਤਪ ਕਰਕੇ ਸ਼ਕਤੀਆਂ ਸਨ ਉਹਨਾਂ ਦੇ ਕੋਲੇ। ਪਾਤਸ਼ਾਹ ਨੇ ਪਤਾ ਕੀ ਜਵਾਬ ਦਿੱਤਾ ਫਿਰ, ਕਹਿੰਦੇ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਜੇ ਕੋਈ ਮੂਰਖ ਬੰਦਾ ਇਹ ਬੋਲ ਵਿਗਾੜ, ਭੈੜਾ ਬਚਨ ਬੋਲੇ, ਝੂਠ ਬੋਲੇ ਕਿ ਮੈਂ ਪ੍ਰਮਾਤਮਾ ਦੇ ਸਾਰੇ ਗੁਣਾਂ ਦਾ ਅੰਤ ਜਾਣਦਾ, ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹਨੂੰ ਕੀ ਲਿਖਿਆ ਜਾਵੇਗਾ? ਤਾਂ ਲਿਖੀਏ ਸਿਰ ਗਾਵਾਰਾਂ ਗਾਵਾਰ। ਉਹਨੂੰ ਮੂਰਖਾਂ ਦਾ ਵੀ ਮੂਰਖ ਮੰਨਿਆ ਜਾਵੇ, ਉਹਨੂੰ ਮੂਰਖ ਕਿਹਾ ਜਾਵੇ ਜਿਹੜਾ ਇਹ ਕਹਿੰਦਾ
कि मैं परमात्मा दे गुणां दा अंत पा लूंगा। भगत कबीर जी समझाउंदे आपां नूं, कहंदे कबीर सात समुंदै मस्त करो, कलम करो बन राए, बसदा कागज ज्यों करो, हर जस लिख ना जाए। कहंदे सत्तां समुंदरां दी स्याही बना लो, सारी बनस्पति आ जिन्नी भी जंगल खड़े आ, दरख्त खड़े आ, इहदियां कलमां कढ लो, सारी धरती जिड्डा कागज बना लो, फिर भी हरि दे गुणां दे जस नूं लिखिया नहीं जा सकेगा। सात समुंदै मस्त करो, कलम करो बन राए, वसदा कागज ज्यों करो, हर जस लिखण ना जाए। बादशाह कहंदे जे कोई कहंदा जे को आखै बोल बगाड़, तां लिखीए सिर गा वारां गावार। ਇਹ ਜਪਜੀ ਸਾਹਿਬ ਦੀ 26ਵੀਂ ਪੌੜੀ ਦੇ ਅੰਦਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਤੇ ਬਖਸ਼ਿਸ਼ ਕਰ ਰਹੇ ਆ। ਇਸ ਕਰਕੇ ਆਪਾਂ ਖਿਆਲ ਰੱਖ ਕੇ ਚੱਲਣਾ ਹੁੰਦਾ, ਉਸ ਮਾਲਕ ਦਾ ਅੰਤ, ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਣਾ। ਸਿਰਫ ਉਹਦੇ ਗੁਣ ਗਾ ਗਾ ਕੇ ਅਸੀਂ ਉਹਦੀ ਕਿਰਪਾ ਦੇ ਪਾਤਰ ਬਣਨਾ ਹੁੰਦਾ। ਇੱਕ ਜਗ੍ਹਾ ਪਾਤਸ਼ਾਹ ਨੇ ਇਹ ਵੀ ਗਿਆਨ ਦਿੱਤਾ, ਕਹਿੰਦੇ ਪਾਪ ਪੁੰਨ ਹਮਰੇ ਵਸ ਨਾਹੇ, ਰਸਕ ਰਸਕ ਨਾਨਕ ਗੁਣ ਗਾਹੇ। ਕਹਿੰਦੇ ਸਾਡੇ ਪਾਸ ਤਾਂ ਪਾਪ ਤੇ ਪੁੰਨ ਵੀ ਨਹੀਂ, ਅਸੀਂ ਤਾਂ ਬਸ ਇੰਨਾ ਕੀ ਕਰਮ ਕਰ ਲਈਏ, ਪਿਆਰ 'ਚ ਭਿੱਜ ਕੇ ਉਸ ਪਰਮਾਤਮਾ ਦੇ ਗੁਣਾਂ ਦਾ ਗਿਆਨ, ਗੁਣਾਂ ਦਾ ਗੈਨ ਕਰ ਲਈਏ। ਇਹੀ ਆਪਾਂ ਨੂੰ ਹੁਕਮ ਹੈ। ਕਿਤੇ ਆਪਾਂ ਬਾਣੀ ਪੜ੍ਹ ਕੇ ਗੁਣ ਗਾਉਣੇ ਆ, ਕੀਰਤਨ ਕਥਾ ਕਰਕੇ ਗੁਣ ਗਾਉਣੇ ਆ, ਤੇ ਫਿਰ ਬੈਠ ਕੇ ਹਰ ਰੋਜ਼ ਆਪਦੇ ਮਨ ਦੀ ਦ੍ਰਿੜਤਾ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਨਾ ਹੁੰਦਾ। ਆਓ ਫਿਰ ਬਾਕੀ ਦਾ ਸਮਾਂ ਆਪਾਂ ਗੁਰਮੰਤਰ ਦਾ ਅਭਿਆਸ ਕਰੀਏ। ਹਾਂਜੀ, ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ